ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਮੁਖ ਪਿਆਰੇ ਕਈ ਸਵਾਲ ਕਰਦੇ ਅਕਸਰ ਪਈ। ਮਹਾਰਾਜ ਦੀ ਬਾਣੀ ਕਹਿੰਦੀ ਆ ਵੀ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਹੈ ਉਹਦੇ ਪਿੱਛੇ 9 ਨਿਧੀਆਂ ਤੇ 18 ਸਿੱਧੀਆਂ ਜਿਹੜੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ। ਕਹਿੰਦੇ ਅਸੀਂ ਤੇ ਜਪਜੀ ਸਾਹਿਬ ਦੇ ਪਾਠ ਕਿੰਨੇ ਕਿੰਨੇ ਰੋਜ਼ ਕਰਦੇ ਆ, ਸੁਖਮਨੀ ਸਾਹਿਬ ਦੇ ਪਾਠ ਬਹੁਤ ਸਾਰੇ ਰੋਜ਼ ਕਰਦੇ ਆ, ਪਰ ਸਾਡੇ ਤੇ 9 ਨਿਧੀਆਂ ਤੇ 18 ਸਿੱਧੀਆਂ ਜਿਹੜੀਆਂ ਮਗਰ ਆਉਂਦੀਆਂ ਹੀ ਨਹੀਂ ਹੈਗੀਆਂ। ਬਹੁਤ ਗਹਿਰਾਈ 'ਚ ਜਾ ਕੇ ਵਿਚਾਰਿਆ ਕਰੋ। ਜਿਹੜਾ ਬਨਾਵਟੀ ਫੁੱਲ ਹੁੰਦਾ, ਬਨਾਵਟੀ ਫੁੱਲ ਉਹਦੀ ਜੜ ਨਹੀਂ ਹੁੰਦੀ। ਜਿਹੜਾ ਅਸਲੀ ਫੁੱਲ ਹੁੰਦਾ ਉਹ ਜ਼ਮੀਨ ਨਾਲ ਜੁੜਿਆ ਹੁੰਦਾ। ਜਿਹੜਾ ਬਨਾਵਟੀ ਫੁੱਲ ਆ ਉਸ ਨੂੰ ਕਿਤੇੋਂ ਵੀ ਤਾਕਤ, ਕੋਈ ਊਰਜਾ ਨਹੀਂ ਮਿਲ ਰਹੀ ਹੈਗੀ। ਜਿਸ ਫੁੱਲ ਦੀ ਜੜ ਲੱਗੀ ਹੋਵੇ ਜ਼ਮੀਨ ਦੇ ਵਿੱਚ, ਉਹਨੂੰ ਹੀ ਜ਼ਮੀਨ ਤੋਂ ਊਰਜਾ ਪ੍ਰਾਪਤ ਹੁੰਦੀ ਹੈ, ਉਹਨੂੰ ਹੀ ਤਾਕਤ ਪ੍ਰਾਪਤ ਹੁੰਦੀ ਹੈ। ਹੁਣ ਜਿਹੜਾ ਬਨਾਵਟੀ ਫੁੱਲ ਹੁੰਦਾ ਉਹ ਆਸ ਕਰੇ ਵੀ ਮੇਰੇ ਵੱਲ ਸ਼ਹਿਦ ਦੀਆਂ ਮੱਖੀਆਂ ਤੇ ਭੌਰੇ ਜਾਂ ਲੋਕੀ ਮੇਰੀ ਖੁਸ਼ਬੂ ਲੈਣ ਵਾਸਤੇ ਮੇਰੇ ਮਗਰ ਤੁਰੇ ਫਿਰਨ, ਤੇ ਇਹ ਗੱਲ ਤੇ ਨਹੀਂ ਨਾ ਬਣਨੀ। ਕਿਉਂਕਿ ਬਨਾਵਟੀ ਫੁੱਲ ਦੇ ਵਿੱਚ ਨਾ ਰਸ ਹੁੰਦਾ ਏ, ਨਾ ਬਨਾਵਟੀ ਫੁੱਲ ਦੇ ਵਿੱਚ ਖੁਸ਼ਬੂ ਹੁੰਦੀ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਹਦੇ ਵੱਲ ਕੋਈ ਆਵੇ। ਜਿਸ ਫੁੱਲ ਦੀ ਜੜ ਲੱਗੀ ਹੁੰਦੀ ਹੈ ਉਸ ਨੂੰ ਜ਼ਮੀਨ ਦੇ ਵਿੱਚੋਂ ਊਰਜਾ ਮਿਲਦੀ, ਤਾਕਤ ਮਿਲਦੀ ਹੈ। ਦੁਨੀਆ ਦੀ ਜਿੰਨੀ ਵੀ ਬਨਸਪਤੀ ਹੈਗੀ ਹੈ, ਜੇ ਜੜ ਦੇ ਨਾਲ ਜੁੜੀ ਹੈਗੀ ਆ, ਜਿਸ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਨੇ ਜਾਂ ਪਾਣੀ ਦੇ ਵਿੱਚ ਨੇ, ਆਪਣੇ ਮੂਲ ਦੇ ਵਿੱਚ ਹੈਗੀਆਂ ਨੇ, ਤੇ ਉਹਨਾਂ ਦੇ ਉੱਤੇ ਹੀ ਫਲ ਫੁੱਲ ਲੱਗਦੇ ਆ। ਉਹਨਾਂ ਦੇ ਉੱਤੇ ਹੀ ਪੰਛੀ, ਸ਼ਹਿਦ ਦੀਆਂ ਮੱਖੀਆਂ, ਭੌਰੇ ਉਹਨਾਂ ਦੇ ਉੱਤੇ ਮੰਡਰਾਉਂਦੇ ਹੈਗੇ ਆ, ਜਿਨ੍ਹਾਂ ਦੀ ਜੜ ਆਪਣੀ ਜ਼ਮੀਨ ਦੇ ਵਿੱਚ ਲੱਗੀ। ਜਿਸ ਫੁੱਲ ਦੀ ਜੜ ਜ਼ਮੀਨ 'ਚ ਲੱਗੀ ਹੈਗੀ ਉਹਦੇ ਵਿੱਚ ਹੀ ਰਸ ਪੈਦਾ ਹੁੰਦਾ, ਉਹਦੇ ਵਿੱਚ ਹੀ ਅਸਲੀ ਫੁੱਲ ਲੱਗਦੇ, ਅਸਲੀ ਫਲ ਲੱਗਦੇ ਆ। ਉਸ ਦੇ ਵਿੱਚ ਹੀ ਸਮਰੱਥਾ ਹੋ ਜਾਂਦੀ ਹੈ ਵੀ ਉਹ ਹਰ ਇੱਕ ਨੂੰ ਆਕਰਸ਼ਿਤ ਕਰਦਾ। ਹੁਣ ਬਹੁਤ ਸਾਰੇ ਸਾਡੇ ਗੁਰੂ ਦੇ ਸਿੱਖ ਹੈਗੇ ਆ, ਅਕਸਰ ਅਸੀਂ ਇਹੋ ਜਿਹੀ ਗਲਤੀ ਕਰਦੇ ਵੀ ਜਿਸ ਵਕਤ ਨਾਮ ਸਿਮਰਨ ਜਾਂ ਸਤਿਗੁਰੂ ਜੀ ਦੀ ਬਾਣੀ ਦਾ ਜਾਪ ਕਰਦੇ ਆ ਤੇ ਸਾਡਾ ਧਿਆਨ ਜਿਹੜਾ ਉਹ ਸ਼ਹਿਦ ਦੀਆਂ ਮੱਖੀਆਂ, ਭੌਰਿਆਂ ਤੇ ਲੋਕਾਂ ਵੱਲ ਹੁੰਦਾ, ਤੇ ਸਾਡੀ ਜੜ ਜਿਹੜੀ ਆ ਉਹ ਗੁਰੂ ਦੇ ਚਰਨਾਂ ਵਿੱਚ ਲੱਗੀ ਨਹੀਂ। ਸਾਨੂੰ ਬਾਣੀ ਦਾ ਰਸ ਆਉਂਦਾ ਨਹੀਂ ਆ, ਅਸੀਂ ਆਪਣੇ ਆਪ ਨੂੰ ਬਾਣੀ ਦੇ ਨਾਲ ਨਹੀਂ ਜੋੜਿਆ। ਸਾਡਾ ਧਿਆਨ ਰਿਧੀਆਂ ਸਿੱਧੀਆਂ ਵੱਲ ਆ ਤੇ ਜ਼ੁਬਾਨ ਦੇ ਉੱਤੋਂ ਅਸੀਂ ਸਿਰਫ ਬਾਣੀ ਪੜ੍ਹੀ ਜਾ ਰਹੇ ਹਾਂ। ਗੱਲ ਉਦੋਂ ਬਣਨੀ ਆ ਵੀ ਜਦੋਂ ਰਸਨਾ ਤੋਂ ਅਸੀਂ ਬਾਣੀ ਪੜ੍ਹਦੇ ਹਾਂ, ਉਹ ਸਾਡੇ ਹਿਰਦੇ ਦੇ ਵਿੱਚ ਉਹ ਬਾਣੀ ਦੇ ਅਰਥਾਂ ਦਾ ਆਨੰਦ ਆ ਜਿਹੜਾ, ਉਹ ਖੇੜਾ ਜਿਹੜਾ ਹਿਰਦੇ ਦੇ ਵਿੱਚ ਬਣਨਾ ਚਾਹੀਦਾ ਹੈਗਾ। ਜੇਕਰ ਕਿਸੇ ਗੁਰਸਿੱਖ ਨੂੰ ਬਾਣੀ ਪੜ੍ਹਦਿਆਂ 10, 15, 20 ਮਿੰਟ ਦੇ ਵਿੱਚ ਉਚਾਟ ਹੋ ਜਾਂਦਾ ਹੈ, ਮੰਨ ਲਓ ਸੁਖਮਨੀ ਸਾਹਿਬ ਦਾ ਪਾਠ ਜੋ ਕਰ ਰਿਹਾ, 2-4 ਅਸ਼ਟਪਦੀਆਂ ਤੋਂ ਬਾਅਦ ਚ ਗੋਡਿਆਂ ਤੇ ਹੱਥ ਮਾਰ ਮਾਰ ਕੇ ਇੱਧਰ ਉੱਧਰ ਲੱਕ ਸਿੱਧਾ ਕਰ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਮੰਨ ਲਓ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ। ਜੇ ਪਾਠ ਦੀ ਆਰੰਭਤਾ ਕੀਤੀ ਹੈਗੀ ਹੈ ਤੇ ਉਹ ਬਾਣੀ ਦਾ ਸਾਡੇ ਅੰਦਰ ਰਸ ਪੈਦਾ ਨਹੀਂ ਹੋ ਰਿਹਾ, ਸਾਨੂੰ ਆਨੰਦ ਨਹੀਂ ਆ ਰਿਹਾ, ਓਨੀ ਦੇਰ ਤੱਕ 9 ਨਿਧੀਆਂ 18 ਸਿੱਧੀਆਂ ਪਿੱਛੇ ਨਹੀਂ ਭੱਜਣੀਆਂ ਹੈਗੀ। ਜਦੋਂ ਸਾਨੂੰ ਬਾਣੀ ਦਾ ਆਨੰਦ ਆਉਣਾ ਚਾਲੂ ਹੋ ਜੇ, ਇੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ, ਬਾਣੀ ਇੰਨੀ ਮਿੱਠੀ ਲੱਗੇ ਵੀ ਦਿਲ ਕਰੇ ਇੱਕ ਪਾਠ ਹੋਰ ਕਰਨਾ, ਮੇਰੀ ਗੱਲ ਨਹੀਂ ਬਣੀ, ਤ੍ਰਿਪਤ ਨਹੀਂ ਹੋਇਆ। ਦੂਜਾ ਪਾਠ ਕਰ ਲਿਆ, ਫੇਰ ਦਿਲ ਕਰੇ ਯਾਰ ਹੁਣ ਤੀਸਰਾ ਪਾਠ ਵੀ ਕਰਨ ਨੂੰ ਦਿਲ ਕਰਦਾ। ਤੀਸਰਾ ਪਾਠ ਕਰਨ ਤੋਂ ਬਾਅਦ ਦਿਲ ਕਰਦਾ ਯਾਰ ਹੁਣ ਰਸਨਾ ਤੋਂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਰ-ਵਾਰ ਜਪਣ ਦੇ ਵਿੱਚ ਜਦੋਂ ਆਨੰਦ ਆਉਣ ਲੱਗ ਪਿਆ, ਉਦੋਂ ਜਿਹੜੀਆਂ 9 ਨਿਧੀਆਂ ਤੇ 18 ਸਿੱਧੀਆਂ ਪਿੱਛੇ ਭੱਜਣੀਆਂ ਚਾਲੂ ਹੋ ਜਾਂਦੀਆਂ। ਪਰ ਜਿਸ ਵਕਤ ਮਹਾਰਾਜ ਜੀ ਆਪਣੇ ਸਿੱਖ ਨੂੰ ਬਾਣੀ ਦਾ ਆਨੰਦ ਤੇ ਰਸ ਬਖਸ਼ਦੇ ਹੈਗੇ ਆ ਨਾ, ਉਹ ਫਿਰ ਆਪਣੇ ਮੂਲ ਨਾਲ ਹੀ ਜੁੜਿਆ ਰਹਿੰਦਾ, ਉਹ ਫਿਰ ਭੌਰਿਆਂ ਦੇ ਮਗਰ ਨਹੀਂ ਭੱਜਦਾ ਹੈਗਾ। ਹਾਲਾਂਕਿ ਸ਼ਹਿਰ ਦੀਆਂ ਮੱਖੀਆਂ, ਭੌਰੇ ਅਤੇ ਲੋਕ ਉਹਦੀ ਖੁਸ਼ਬੂ ਲੈਣ ਵਾਸਤੇ ਉਹਦੇ ਤੇ ਮੰਡਰਾਉਣ ਲੱਗ ਪੈਂਦੇ ਆ, ਆਉਂਦੇ ਆ, ਵਾਰ-ਵਾਰ ਮੁੜ ਕੇ ਆਉਂਦੇ ਹੈਗੇ। ਪਰ ਜਿਹੜਾ ਅਸਲੀ ਫੁੱਲ ਹੁੰਦਾ ਆਪਣੀ ਜੜ ਦੇ ਨਾਲ ਜੁੜਿਆ ਰਹਿੰਦਾ, ਆਪਣੇ ਮੂਲ ਨੂੰ ਨਹੀਂ ਛੱਡਦਾ ਹੈਗਾ। ਅਸੀਂ ਅਕਸਰ ਕੀ ਕਰਦੇ ਆ, ਜਿਸ ਵਕਤ ਅਸੀਂ ਜੜ ਦੇ ਨਾਲ ਜੁੜ ਜਾਂਦੇ, ਸਾਨੂੰ ਬਾਣੀ ਦਾ ਰਸ ਆਉਣ ਲੱਗ ਪੈਂਦਾ, ਉਦੋਂ ਫਿਰ ਆਪਣੀ ਸੁਰਤ ਜਿਹੜੀ ਆ 9 ਨਿਧੀਆਂ 18 ਸਿੱਧੀਆਂ ਵੱਲ ਕਰ ਲੈਂਦੇ, ਤੇ ਜਿਹੜੀਆਂ ਕਿ ਸੁਦੇ ਸਿੱਧ ਮਿਲਣ ਲੱਗ ਪੈਂਦੀਆਂ ਗੁਰਸਿੱਖ ਨੂੰ, ਉਹ ਮਾਮੂਲੀ ਗੱਲ। ਜਿਹੜੀਆਂ ਚੀਜ਼ਾਂ ਯੋਗੀ ਜਿਹੜੇ ਤਪੱਸਿਆ ਕਰ ਕਰਕੇ, ਸਾਧਨਾ ਕਰ ਕਰਕੇ ਪ੍ਰਾਪਤ ਕਰਦੇ ਆ ਨਾ, ਵੀ ਸਪੈਸ਼ਲ ਤੌਰ ਤੇ ਆਸਣ ਕਰਕੇ ਬੜਾ ਲੰਮਾ ਚਿਰ ਉੱਥੇ ਧਿਆਨ ਟਿਕਾਉਂਦੇ ਆ, ਬੈਠੇ ਰਹਿੰਦੇ ਆ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਸੁਤੇ ਸਿੱਧ ਹੀ ਆਪਣੇ ਸਿੱਖ ਨੂੰ ਬਖਸ਼ ਦਿੰਦੇ ਹੈਗੇ। ਬਸ ਸਿੱਖ ਦਾ ਧਿਆਨ ਆਪਣੀ ਜੜ ਵੱਲ ਹੋਣਾ ਚਾਹੀਦਾ, ਸਤਿਗੁਰੂ ਜੀ ਦੀ ਬਾਣੀ ਦਾ ਉਹਨੂੰ ਰਸ ਹੋਣਾ ਚਾਹੀਦਾ, ਸਿੱਖ ਨੂੰ ਆਨੰਦ ਆਉਣਾ ਚਾਹੀਦਾ। ਜਦੋਂ ਬਾਣੀ ਛੱਡਣ ਨੂੰ ਦਿਲ ਨਾ ਕਰੇ, ਉਦੋਂ 9 ਨਿਧੀਆਂ 18 ਸਿੱਧੀਆਂ ਵੀ ਵਿਆਪਦੀਆਂ। ਪਰ ਕਮਾਲ ਦੀ ਗੱਲ ਆ ਵੀ ਅਭਿਆਸੀ ਸੱਜਣ ਜਦੋਂ ਉਸ ਰਸ ਦੇ ਵਿੱਚ ਪਹੁੰਚ ਜਾਂਦੇ ਆ, ਬਾਣੀ ਦਾ ਉਹਨਾਂ ਨੂੰ ਰਸ ਆਉਣ ਲੱਗ ਪੈਂਦਾ, ਤੇ ਉਦੋਂ 9 ਨਿਧੀਆਂ 18 ਸਿੱਧੀਆਂ ਜਿਹੜੀਆਂ ਉਹਨਾਂ ਨੂੰ ਲੱਗਣ ਲੱਗ ਪੈਂਦਾ ਵੀ ਮੇਰੇ ਮਹਾਂ ਆਨੰਦ ਦੇ ਵਿੱਚ ਖੱਲੜ ਪਾ ਰਹੀਆਂ ਨੇ, ਮਤਲਬ ਕਹਿਣ ਤੋਂ ਭਾਵ ਵੀ ਡਿਸਟਰਬੈਂਸ ਪੈਦਾ ਕਰ ਰਹੀਆਂ। ਉਹਦਾ ਫਿਰ ਦਿਲ ਕਰਦਾ ਹੈ ਵੀ ਮੈਂ ਆਪਣੀ ਜੜ ਦੇ ਨਾਲ ਹੀ ਜੁੜਿਆ ਰਵਾਂ, ਬਸ ਮੇਰਾ ਮੁੱਖ ਗੁਰੂ ਵੱਲ ਹੋਵੇ, ਮੇਰਾ ਮੁੱਖ ਗੁਰੂ ਵੱਲ ਹੋਵੇ। ਬਸ ਉਹ ਨਾਮ ਦੇ ਰਸੀਏ ਅਭਿਆਸੀ ਸਿੱਖ ਤੇ ਜਿੱਤੇ ਕਿਰਪਾ ਹੋ ਜਾਂਦੀ ਆ, ਉਹ ਫਿਰ 9 ਨਿਧੀਆਂ 18 ਸਿੱਧੀਆਂ ਵੱਲ ਧਿਆਨ ਨਹੀਂ ਦਿੰਦਾ, ਉਹਦੇ ਪਿੱਛੇ ਤੇ ਭੱਜੀਆਂ ਹੀ ਆਉਣੀਆਂ। ਉਹ ਆਪਣੇ ਮੂਲ ਨਾਲ ਜੁੜਿਆ ਰਹਿੰਦਾ, ਉਹਨੂੰ ਇਹ ਵੀ ਪਤਾ ਹੁੰਦਾ ਵੀ ਮੂਲ ਦੇ ਵਿੱਚ ਹੀ ਸਾਰੀਆਂ ਬਰਕਤਾਂ ਹੈਗੀਆਂ। ਜਿਹੜਾ ਮੂਲ ਨੂੰ ਫੜ ਛੱਡੇਗਾ, 9 ਨਿਧੀਆਂ 18 ਸਿੱਧੀਆਂ ਉਹਦੇ ਪਿੱਛੇ ਭੱਜਣਗੀਆਂ। ਜਿਹੜੀਆਂ ਰੂਹਾਨੀ ਮਾਰਗ ਦੇ ਵਿੱਚ ਘਟਨਾਵਾਂ ਘਟਦੀਆਂ ਨੇ, ਜਿਸ ਨੂੰ ਅਨਾਹਦ ਨਾਦ ਕਹਿੰਦੇ ਆ, ਦਸਮ ਕਹਿੰਦੇ ਆ, ਪੰਜ ਸ਼ਬਦ ਕਹਿੰਦੇ ਆ, ਤੇ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਤਰ੍ਹਾਂ ਢੰਗਾਂ ਦੇ ਨਾਲ ਜ਼ਿਕਰ ਕਰਕੇ ਮਹਾਰਾਜ ਜੀ ਨੇ ਸਾਨੂੰ ਉਹ ਗੱਲ ਖੋਲ ਕੇ ਦੱਸੀ ਹੈਗੀ ਆ। ਜਿਸ ਸਟੇਜ ਤੇ ਜਾ ਕੇ ਮਹਾਰਾਜ ਜੀ ਨੇ ਆਪ ਬੈਠ ਕੇ ਉਹ ਆਨੰਦ ਮਾਣਿਆ, ਜਦੋਂ ਦਰਗਾਹੀ ਬਾਣੀ ਉੱਥੋਂ ਆਈ, ਮਹਾਰਾਜ ਜੀ ਨੇ ਸਾਰੇ ਭੇਦ ਜਿਹੜੇ ਸਾਡੇ ਸਾਹਮਣੇ ਰੱਖੇ ਆ। ਬਸ ਲੋੜ ਹੈਗੀ ਵੀ ਆਪਣੇ ਮੂਲ ਦੇ ਨਾਲ ਜੁੜੀਏ। ਜਦੋਂ ਮੂਲ ਦੇ ਨਾਲ ਜੁੜ ਜਾਗੇ, ਉਦੋਂ ਲੋਕ ਅਤੇ ਪਰਲੋਕ ਦਾ ਹਰ ਇੱਕ ਸੁੱਖ ਜਿਹੜਾ ਮਹਾਰਾਜ ਦੇ ਸਿੱਖ ਦੇ ਚਰਨਾਂ ਦੇ ਵਿੱਚ ਭੱਜਾ ਫਿਰਦਾ ਹੈ। ਉਸੇ ਤਰ੍ਹਾਂ ਜਿਵੇਂ ਅਸੀਂ ਆਪਣਾ ਮੂੰਹ ਸੂਰਜ ਵੱਲ ਕਰ ਲਈਏ, ਪਰਛਾਵਾਂ ਸਾਡੇ ਪਿੱਛੇ ਆਉਣਾ ਹੀ ਆਉਣਾ, ਉਹਨੇ ਆਉਣਾ ਹੀ ਆਉਣਾ। ਤੇ ਜਦੋਂ ਅਸੀਂ ਪਿੱਠ ਸੂਰਜ ਨੂੰ ਕਰ ਲਈ, ਉਸ ਵਕਤ ਪਰਛਾਵਾਂ ਸਾਡੇ ਅੱਗੇ ਹੋ ਜਾਂਦਾ, ਤੇ ਪਰਛਾਵਾਂ ਸਾਡੇ ਹੱਥ ਨਹੀਂ ਆਉਂਦਾ, ਅਸੀਂ ਮਗਰ ਭੱਜੀ ਜਾਂਦੇ। ਇਹੀ ਗੱਲ ਹੈਗੀ ਆ ਭਾਈ, ਸਾਡਾ ਮੁੱਖ ਸੂਰਜ ਵੱਲ ਹੋਣਾ ਚਾਹੀਦਾ। ਸੂਰਜ ਤੋਂ ਭਾਵ ਸਾਡਾ ਮੁੱਖ ਗੁਰੂ ਦੀ ਬਾਣੀ ਵੱਲ, ਗੁਰੂ ਦੀ ਬਖਸ਼ਿਸ਼ ਵੱਲ, ਗੁਰੂ ਦੀ ਰਹਿਮਤ ਵੱਲ ਹੋਣਾ ਚਾਹੀਦਾ। ਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੀਤ ਮੰਗਣੀ ਚਾਹੀਦੀ ਹੈ। ਮਹਾਰਾਜ ਰਹਿਮਤ ਕਰੋ ਸਾਡੇ ਹਿਰਦੇ ਵਿੱਚ, ਆਪਣੇ ਚਰਨ ਟਿਕਾਓ, ਆਪਣੇ ਸ਼ਬਦ ਦਾ ਪ੍ਰਕਾਸ਼ ਕਰੋ ਰਹਿਮਤ ਕਰਕੇ। ਜਦੋਂ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਜਿਹਦਾ ਮੁੱਖ ਗੁਰੂ ਵੱਲ ਹੋ ਜਾਂਦਾ, ਉਹਦੇ ਵਾਰੇ ਨਿਆਰੇ ਹੈਗੇ ਆ। ਉਹ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਰਾਜਾ ਹੈਗਾ। ਜਿਸ ਦਾ ਮੁੱਖ ਗੁਰੂ ਵੱਲ ਹੋ ਜਾਂਦਾ, ਜਿਸ ਨੂੰ ਗੁਰੂ ਦਾ ਸ਼ਬਦ ਮਿੱਠਾ ਲੱਗਣ ਲੱਗ ਪੈਂਦਾ, ਜਿਹੜਾ ਮਹਾਂ ਆਨੰਦ ਦੇ ਵਿੱਚ ਲੀਨ ਰਹਿਣ ਲੱਗ ਪੈਂਦਾ, 9 ਨਿਧੀਆਂ 18 ਸਿੱਧੀਆਂ ਨੂੰ ਠੁੱਡ ਮਾਰਨ ਲੱਗ ਪੈਂਦਾ, ਮਹਾਰਾਜ ਕਹਿੰਦੇ ਉਸ ਤੋਂ ਵੱਡਾ ਕੋਈ ਦੁਨੀਆ ਦੇ ਵਿੱਚ ਬਾਦਸ਼ਾਹੀ ਹੈ ਨਹੀਂ। ਦੁਨੀਆ ਦੇ ਸਾਰੇ ਤਖਤ
ਉਹਦੀ ਜੁੱਤੀ ਦੀ ਬਰਾਬਰਤਾ ਨਹੀਂ ਕਰ ਸਕਦੇ ਜਿਹਦਾ ਮੁੱਖ ਆਪਣੇ ਗੁਰੂ ਵੱਲ ਹੋ ਜਾਂਦਾ। ਗੁਰੂ ਦੇ ਪਿਆਰੇ, ਮੁੱਖ ਆਪਣੇ ਗੁਰੂ ਵੱਲ ਕਰ ਛੱਡਾਂਗੇ ਉਹਨਾਂ ਚਿਰ ਜਿਹੜੀਆਂ 9 ਨਿਧੀਆਂ 18 ਸਿੱਧੀਆਂ ਉਸ ਦੁਨੀਆ ਦੀਆਂ ਬਰਕਤਾਂ, ਲੋਕ ਪ੍ਰਲੋਕ ਦੇ ਸੁੱਖ ਜਿਹੜੇ ਪਰਛਾਵੇਂ ਦੀ ਤਰ੍ਹਾਂ ਪਿੱਛੇ ਭੱਜਣਗੇ। ਜਿਸ ਦਿਨ ਅਸੀਂ ਪਿੱਠ ਕਰ ਲਈ ਉਸ ਦਿਨ ਅਸੀਂ ਕਲਪਦੇ ਫਿਰਾਂਗੇ ਤੇ ਉਹ ਪਰਛਾਵਾਂ ਹੱਥ 'ਚ ਨਹੀਂ ਆਉਣਾ। ਤੇ ਇੱਕ ਹੋਰ ਗੱਲ ਹੈਗੀ ਆ, ਅਸੀਂ ਗੁਰੂ ਨੂੰ ਪਿੱਠ ਕਰੀਏ ਤੇ ਗੁਰੂ ਦਾ ਜਾਣਾ ਕੁਝ ਨਹੀਂ ਆ। ਜੇ ਗੁਰੂ ਨੇ ਸਾਨੂੰ ਪਿੱਠ ਕਰ ਦਿੱਤੀ, ਸਾਡਾ ਰਹਿਣਾ ਹੀ ਕੁਝ ਨਹੀਂ ਹੈ। ਕੋਈ ਵੀ ਜੀਵਨ ਦੇ ਵਿੱਚ ਇਹੋ ਜਿਹੀ ਅਵੱਗਿਆ ਨਾ ਹੋਵੇ। ਮਹਾਰਾਜ ਤੋਂ ਇਹੀ ਮੰਗੀ ਹੈ ਵੀ ਮਹਾਰਾਜ ਕੋਈ ਇਹੋ ਜਿਹੀ ਅਵੱਗਿਆ ਨਾ ਹੋਵੇ ਜਿਸ ਦੇ ਕਾਰਨ ਤੁਸੀਂ ਸਾਨੂੰ ਪਿੱਠ ਕਰ ਦਿਓ। ਜਿਸ ਦਿਨ ਤੁਸੀਂ ਪਿੱਠ ਕਰਤੀ, ਨਾ ਲੋਕ ਦੇ ਰਹਿਣਾ, ਨਾ ਅਸੀਂ ਪਰਲੋਕ ਦੇ ਰਹਿਣਾ। ਮਹਾਰਾਜ ਜੀ ਕਿਰਪਾ ਕਰਨ। ਮੈਨੂੰ ਉਮੀਦ ਆ ਸਿੱਖਾਂ ਨੂੰ ਇਹ ਬਚਨ ਦੀ ਸੋਝੀ ਆਈ ਹੋਏਗੀ ਵੀ 9 ਨਿਧੀਆਂ 18 ਸਿੱਧੀਆਂ ਕਦੋਂ ਜਾ ਕੇ ਪਿੱਛੇ ਭੱਜਦੀਆਂ ਨੇ, ਤੇ ਜਿਸ ਦਾ ਮੁੱਖ ਗੁਰੂ ਵੱਲ ਹੋ ਜਾਂਦਾ ਉਹਦੇ ਵਾਸਤੇ 9 ਨਿਧੀਆਂ 18 ਸਿੱਧੀਆਂ ਕੋਈ ਅਹਿਮੀਅਤ ਨਹੀਂ ਰੱਖਦੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੇ ਸਾਰਿਆਂ ਤੇ ਬਖਸ਼ਿਸ਼ ਕਰਕੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ ਕੇ, ਆਪਣੇ ਚਰਨਾਂ ਨਾਲ ਜੋੜ ਕੇ ਲੋਕ ਸੁਖੀਆ ਤੇ ਪਰਲੋਕ ਸਿਹਲਾ ਕਰਨ। ਗਲਤੀਆਂ ਖਿਮਾ ਕਰਨੀਆਂ ਜੀ। ਕੋਈ ਗੁਰੂ ਦਾ ਵਚਨ ਜਿਹੜਾ ਉਹ ਪੱਲੇ ਬੰਨ੍ਹ ਲਿਓ। ਮੇਰੀ ਮਨਮਤ ਜਿਹੜੀ ਮੇਰੇ ਕੋਈ ਛੱਡ ਕੇ ਮੈਨੂੰ ਮਾਫ ਕਰ ਦਿਆਂ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।